ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਗੁਰਮਤਿ ਪ੍ਰਕਾਸ਼ ਦਾ ਪਾਠ 10ਵਾਂ। ਪਿਛਲੇ ਭਗਤਾਂ ਦਾ ਉਧਾਰ ਤੇ ਸਤਨਾਮ। ਜਿਸ ਅੰਮ੍ਰਿਤ ਨਾਮ ਨੂੰ, ਜਿਸ ਸਤਨਾਮ ਰੂਪੀ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਲੋਚਦੇ ਰਹੇ, ਸੋ ਅੰਮ੍ਰਿਤ ਨਾਮ ਗੁਰੂ ਤੇ ਕੇਵਲ ਸਤਿਗੁਰੂ ਨਾਨਕ ਤੋਂ ਹੀ ਪਾਇਆ ਤੇ ਪਾਇਆ ਜਾ ਸਕਦਾ ਹੈ। ਤਿਸ ਪਰਥਾਏ ਹੀ ਇਹ ਗੁਰਵਾਕ ਉਚਾਰਨ ਹੋਇਆ। ਸਿਮਰਹਿ ਸੋਈ ਨਾਮ ਜਖ ਅਰ ਕਿੰਨਰ, ਸਾਧਕ ਸਿੱਧ ਸਮਾਧ ਹਰਾ। ਸਿਮਰਹਿ ਨਖਯਤਰ ਅਵਰ ਧਰੂ ਮੰਡਲ, ਨਾਰਦਾਦ ਪ੍ਰਹਿਲਾਦ ਵਰਾ। ਸਸਿਅਰ ਅਰ ਸੂਰ ਨਾਮ ਉਲਾਸਹਿ, ਸੈਲ ਲੋ ਜਿਨ ਉਧਰਿਆ। ਸੋਈ ਨਾਮ ਅਛਲ ਭਗਤਹਿ ਭਵ ਤਾਰਨ, ਅਮਰਦਾਸ ਗੁਰ ਕਉ ਫੁਰਿਆ। ਸਵਈਏ ਮਹੱਲੇ ਤੀਜੇ ਕੇ। ਇਸ ਗੁਰਵਾਕ ਅੰਦਰ ਸਿਮਰਹਿ ਪਦ ਆਉਣ ਕਰ ਕਈ ਸੱਜਣ ਇਹ ਸਮਝਦੇ ਹਨ ਕਿ ਜਿਹੜਾ ਨਾਮ ਸਤਿਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਤੀਜੇ ਸਰੂਪ ਗੁਰੂ ਅਮਰਦਾਸ ਜੀ ਨੇ ਜਪਿਆ, ਸੋਈ ਨਾਮ ਇਸ ਵਾਕ ਅੰਦਰ ਆਏ ਜਖ ਕਿੰਨਰ ਸਿੱਧ ਸਾਧਕਾਂ ਨੇ ਜਪਿਆ। ਅਰਥਾਤ ਜੇਕਰ ਗੁਰੂ ਅਮਰਦਾਸ ਜੀ ਨੇ ਸਤਨਾਮ ਸਿਮਰਿਆ ਤਾਂ ਜਖ ਕਿੰਨਰ ਆਦਿਕਾਂ ਨੇ ਵੀ ਸਤਨਾਮ ਸਿਮਰਿਆ। ਨਹੀਂ ਤਾਂ ਜਿਹੜਾ ਨਾਮ ਕੋਈ ਹੋਰ ਕੀਰਤਨ ਨਾਮ ਜਖ ਕਿੰਨਰ ਆਦਿਕਾਂ ਨੇ ਸਿਮਰਿਆ, ਸੋਈ ਗੁਰੂ ਅਮਰਦਾਸ ਜੀ ਨੇ ਸਿਮਰਿਆ। ਵਿਲੱਖਣਤਾ ਕੀ ਹੋਈ? ਅਜਿਹੇ ਸੱਜਣਾਂ ਨੂੰ ਸਿਮਰਹਿ ਪਦ ਦੇ ਅਰਥ ਵਿਚਾਰਨ ਵਿੱਚ ਹੀ ਭੁਲੇਖਾ ਲੱਗਾ ਹੈ। ਇੱਥੇ ਸਿਮਰਹਿ ਪਦ ਦੇ ਅਰਥ ਉਹ ਹਨ ਜਿਹੜੇ ਹੇਠ ਲਿਖੇ ਗੁਰਵਾਕ ਵਿੱਚ ਜ਼ਾਹਰ ਹਨ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭੈਰੋ ਕਬੀਰ ਜੀ। ਇਸ ਗੁਰੂ ਪ੍ਰਮਾਣ ਅੰਦਰ ਸਿਮਰਹਿ ਪਦ ਦੇ ਅਰਥ ਲੋਚਹਿ ਅਰਥਾਤ ਚਾਹੁਣ ਦੇ ਹਨ। ਭਾਵ ਇਹ ਹੈ ਕਿ ਜਿਸ ਮਨੁੱਖਾ ਦੇਹੀ ਨੂੰ ਦੇਵਤੇ ਵੀ ਲੋਚਦੇ ਹਨ, ਉਹ ਦੇਹੀ ਹੇ ਪ੍ਰਾਣੀ ਹੁਣ ਤੈਨੂੰ ਮਿਲੀ ਹੋਈ ਹੈ, ਸੋ ਇਸ ਦੇਹੀ ਅੰਦਰ ਹੁਣ ਹਰੀ ਦਾ ਭਜਨ ਸੇਵਨ ਕਰ। ਇਸ ਗੁਰ ਸ਼ਬਦ ਵਿਖੇ ਆਏ ਸਿਮਰਹਿ ਪਦ ਦੀ ਚਿੱਤਰ ਅਰਥ ਬੋਧ ਕਸੌਟੀ ਅਨੁਸਾਰ ਉੱਪਰਲੇ ਸਵਈਏ ਅੰਦਰ ਆਏ ਸਿਮਰਹਿ ਪਦ ਦੇ ਅਰਥ ਵੀ ਲੋਚਹਿੰਦੇ ਹਨ। ਭਾਵ ਜਿਸ ਨਾਮ ਨੂੰ ਜਖ ਕਿੰਨਰ ਸਿੱਧ ਸਾਧਕ ਆਦ ਲੋਚਦੇ ਹਨ ਅਤੇ ਸਮਾਧੀਆਂ ਲਾ ਕੇ ਹਾਰ ਥੱਕੇ ਹਨ, ਅਤੇ ਜਿਸ ਨਾਮ ਨੂੰ ਨਛੱਤਰ ਧਰੂ ਮੰਡਲ ਨਾਰਦ ਪ੍ਰਹਿਲਾਦ ਆਦ ਮੁਨ ਜਨ ਲੋਚਦੇ ਹਨ, ਅਤੇ ਜਿਸ ਨਾਮ ਨੂੰ ਸਸੀਅਰ ਸੂਰ ਆਦਿਕ ਉਲਾਸ ਰਹੇ ਹਨ ਅਰਥਾਤ ਚਾਹ ਉਮਾਰ ਰਹੇ ਹਨ। ਜਿਸ ਨਾਮ ਨੇ ਸੈਲ ਪੱਥਰ ਸਰੀਖੇ ਜੜ ਲੋਕਾਂ ਦਾ ਉਧਾਰ ਕੀਤਾ ਹੈ, ਸੋਈ ਨਾਮ ਅਛਲ ਭਗਤਹਿ ਭਵ ਤਾਰਨ। ਅਮਰਦਾਸ ਗੁਰ ਕਉ ਸਹਿਜੇ ਹੀ ਸਫੁਰਨ ਹੋਇਆ ਹੈ। ਤੀਜੀ ਤੁਕ ਵਿੱਚ ਉਲਾਸਹਿ ਪਦ ਦਾ ਅਰਥ ਉਹ ਹੈ ਜੋ ਇਸ ਤੁਕ ਵਿੱਚ ਦੱਸਿਆ ਹੈ। ਹੰਸਾ ਸੇਤੀ ਚਿੱਤ ਉਲਾਸਹਿ, ਕੁੱਕੜ ਦੀ ਉਡਾਰੀ। ਗੌੜੀ ਕੀ ਵਾਰ ਮਹੱਲਾ ਪੰਜਵਾਂ। ਤੀਜੀ ਤੁਕ ਵਿੱਚ ਆਏ ਉਲਾਸਹਿ ਪਦ ਨੇ ਸਾਫ਼ ਹੀ ਸਪਸ਼ਟ ਕਰ ਦਿੱਤਾ ਹੈ ਕਿ ਪਹਿਲੀਆਂ ਦੋਹਾਂ ਤੁਕਾਂ ਵਿੱਚ ਆਏ ਸਿਮਰਹਿ ਪਦ ਦੀ ਅਰਥ ਵਿਵਸਥਾ ਕੀ ਹੈ। ਇਸ ਤੋਂ ਅਗਲੇਰੇ ਗੁਰਵਾਕ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸਨਕਾਦ ਸਮੁਦਰਿਆ ਅੰਦਰ ਵੀ ਇਹੋ ਸੰਭਾਵਨਾ ਹੈ ਕਿ ਜਿਸ ਨਾਮ ਨੂੰ ਨਵਨਾਥ ਨਿਰੰਜਨ ਸ਼ਿਵ ਸਨਕਾਦ 84 ਸਿੱਧ ਬੁੱਧ ਅੰਬਰੀਕ ਉਧੋ ਅਕਰੂਰ ਤਿਰਲੋਚਨ ਨਾਮਦੇਵ ਕਬੀਰ ਆਦਿਕ ਲੋਚਦੇ ਰਹੇ, ਉਹਨਾਂ ਓੜਕ ਸਤਿਗੁਰੂ ਨਾਨਕ ਦੇਵ ਜੀ ਤੋਂ ਹੀ ਪਾਇਆ। ਜਿਸ ਘਰ ਗੁਰੂ ਨਾਨਕ ਦੇਵ ਜੀ ਦੇ ਘਰ ਸਿੱਖੀ ਮਾਰਗ ਵਿੱਚ ਕਿ ਇਹ ਸਤਨਾਮ ਸੁੱਤੇ ਸਫੁਰਨ ਦਾਤ ਜੋਤ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਜੁਗੋ ਜੁਗ ਜੀਆਂ ਦਾ ਤਤ ਉਧਾਰ ਸਤਨਾਮ ਦਾ ਸਦਕਾ ਹੀ ਹੁੰਦਾ ਰਿਹਾ ਹੈ, ਅਤੇ ਇਸ ਸਤਨਾਮ ਦਾ ਚੱਕਰ ਫਿਰਾਉਣਾ, ਜੁਗਾਂ ਜੁਗੰਤਰੀ ਚੱਕਰ ਫਿਰਾਉਣਾ ਸਤਿਗੁਰੂ ਨਾਨਕ ਦੇਵ ਦੇ ਹੱਥ ਹੀ ਸੌਂਪਿਆ ਜਾਂਦਾ ਰਿਹਾ ਹੈ। ਨਹੀਂ ਤਾਂ ਬ੍ਰਹਮਾ ਬਿਸ਼ਨ ਸਿਰੇ ਤੈ ਅਗਨਤ, ਤਿੰਨ ਕਉ ਮੋਹ ਭਇਆ ਮਨ ਮਦ ਕਾ। ਵਾਲਾ ਗੁਰਵਾਕ ਦੱਸਦਾ ਹੈ ਕਿ ਬ੍ਰਹਮਾ ਬਿਸ਼ਨ ਮਹੇਸ਼ ਆਦਿਕਾਂ ਦਾ ਤਾਂ ਆਪਣਾ ਹੀ ਉਧਾਰ ਨਹੀਂ ਹੋਇਆ, ਉਹਨਾਂ ਨੇ ਦੂਜਿਆਂ ਨੂੰ ਕੀ ਉਧਾਰਨਾ ਸੀ।
तिन्हां नूं मोह भया मन मद का। ਮਨ ਮਦ ਮਤੇ ਮੋਹ ਗਰੱਠੇ ਆਗੂ। ਲੋਕਾਂ ਦਾ ਉਧਾਰ ਕੀ ਕਰ ਸਕਦੇ ਹਨ? ਕਿਸ਼ਨ ਸਦਾ ਅਵਤਾਰੀ ਰੁੱਧਾ ਕਿਤ ਲਗ ਤਰਾ ਸੰਸਾਰਾ। ਓੜਕ ਉਹਨਾਂ ਦਾ ਉਧਾਰ ਗੁਰ ਸ਼ਰਨ ਆ ਕੇ ਅਤੇ ਸਤਿਗੁਰੂ ਨਾਨਕ ਦੇਵ ਜੀ ਤੋਂ ਸਤਨਾਮ ਪ੍ਰਾਪਤ ਕਰਕੇ ਹੋਇਆ ਪ੍ਰਮਾਣ ਹੈ। ਤਤ ਉਧਾਰ ਕੇਵਲ ਸਤਨਾਮ ਦੁਆਰਾ ਹੀ ਸੰਭਵ ਹੈ। ਜੁਗੋ ਜੁਗ ਭਗਤ ਜਨ ਅਕਾਲ ਪੁਰਖ ਦੇ ਉਪਜਾਏ ਉਪਜੇ, ਪਰ ਜੁਗਾਂ ਦੇ ਪ੍ਰਭਾਵ ਕਰਕੇ ਐਸੇ ਸਮਿਆਂ ਵਿੱਚ ਉਪਜੇ ਕਿ ਸਤਨਾਮ ਦੀ ਦਾਤ ਤਿਨਾਂ ਨੂੰ ਪ੍ਰਾਪਤ ਨਾ ਹੋਈ। ਭਾਣੇ ਅੰਦਰ ਸਤਨਾਮ ਦਾ ਚੱਕਰ ਫਿਰਾਉਣ ਹਾਰੇ ਗੁਰੂ ਅਵਤਾਰ ਨੇ ਤਾਂ ਉਦੋਂ ਹੀ ਪ੍ਰਗਟ ਹੋਣਾ ਸੀ ਜਦੋਂ ਸਾਰੇ ਸੰਸਾਰ ਦਾ ਉਧਾਰ ਦਰਕਾਰ ਮਨਜ਼ੂਰ ਹੋਇਆ। ਟਾਵੇਂ ਟਾਵੇਂ ਭਗਤ ਜਨ ਜੋ ਉਧਾਰੇ ਜਾਂਦੇ ਰਹੇ, ਤਿਨਾਂ ਦਾ ਉਧਾਰ ਤਾਂ ਹੋਇਆ, ਪਰ ਸਤਨਾਮ ਦੀ ਦਾਤ ਵੀ ਹੋਣ ਤਿਨਾਂ ਅੰਦਰ ਹਉਮੈ ਦੀ ਸੂਖਸ਼ਮ ਕਾਈ ਰੜਕਦੀ ਹੀ ਰਹੀ। ਕੀਰਤਮ ਨਾਮ ਦੀ ਉਪਾਸਨਾ ਅੰਦਰ ਇਹੀ ਕਸਰ ਕਮੀ ਰਹਿੰਦੀ ਹੈ ਕਿ ਉੱਚ ਕੋਟੀ ਦਾ ਕਲਿਆਣ ਉਧਾਰ ਦਰਜਾ ਪ੍ਰਾਪਤ ਨਹੀਂ ਹੁੰਦਾ। ਕਈ ਭਗਤ ਜਨ ਤਾਂ ਨਿਸ਼ਕਾਮ ਭਗਤੀ ਤੋਂ ਵਾਂਝੇ ਰਹਿਣ ਕਰ ਕਾਂਪ ਖਾ ਗਏ। ਕਈ ਰਿੱਧ ਸਿੱਧ ਕਰਾਮਾਤ ਕਰ ਲਰਜ਼ਾ ਗਏ। ਸ੍ਰੀ ਭਾਈ ਗੁਰਦਾਸ ਜੀ ਇਸ ਭਾਵ ਨੂੰ 12ਵੀਂ ਵਾਰ ਪੌੜੀ 14-15 ਅੰਦਰ ਇਸ ਤਰ੍ਹਾਂ ਭਲੀ ਭਾਂਤ ਨਿਰੂਪਣ ਕਰਾਉਂਦੇ ਹਨ। ਧਰੂ ਪ੍ਰਹਿਲਾਦ ਭਿਭੀਖਣੋਂ ਅੰਬਰੀਕ ਬਲ ਜਨਕ ਵਖਾਣਾ। ਰਾਜ ਕੁਆਰ ਹੋਏ ਰਾਜਸੀ ਆਸਾ ਬੰਦੀ ਚੋਜ ਵਿਡਾਣਾ। ਧਰੂ ਮਤਰਈ ਚੰਡਿਆ ਪੀਓ ਫੜ ਪ੍ਰਹਿਲਾਦ ਰੰਝਾਣਾ। ਭੇਦ ਵਿਭੀਖਣ ਲੰਕ ਲੈ ਅੰਬਰੀਕ ਲੈ ਚੱਕਰ ਲੁਭਾਣਾ। ਪੈਰ ਕੜਾਹੇ ਜਨਕ ਦਾ ਕਰ ਪਾਖੰਡ ਧਰਮ ਧਿੰਘਾਣਾ। ਆਪ ਗਣਾਏ ਵਿਗੁਚਣਾ ਦਰਗਹ ਪਾਏ ਮਾਣ ਨਿਮਾਣਾ। ਗੁਰਮੁਖ ਸੁਖ ਫਲ ਪਤ ਪਰਵਾਣਾ। ਉਧਾਰ ਤੇ ਨਿਸਤਾਰੇ ਦਾ ਨਿਰਣਾ। ਭਾਵ ਇਹ ਕਿ ਭਾਈ ਗੁਰਦਾਸ ਜੀ ਨੇ ਸਾਰੇ ਭੂਤਕਾਲ ਦੇ ਭਗਤ ਜਨਾਂ ਦੇ ਮੁਕਾਬਲੇ ਤੇ ਪਹਿਲੇ ਯੁਗਾਂ ਦੇ ਭਗਤਾਂ ਦੀ ਭਗਤੀ ਭਾਵ ਦੇ ਉਦਾਹਰਣ ਦੇ ਕੇ ਇਹ ਗੱਲ ਦੱਸੀ ਹੈ ਕਿ ਇੱਕ ਓਅੰਕਾਰ ਸਤਨਾਮ ਦੇ ਅਭਿਆਸੀ ਜਨ ਗੁਰਮੁਖਾਂ ਦੀ ਭਗਤ ਵਡਿਆਈ ਦੀ ਵਿਲੱਖਣਤਾ ਆਪ ਗਵਾਏ ਨਾ ਆਪ ਗਣਾਈ ਮਈ ਹਉਮੈ ਦੇ ਮੁਕੰਮਲ ਅਭਾਵ ਵਿੱਚ ਹੈ। ਸਤਨਾਮ ਦੇ ਅਭਿਆਸੀ ਜਨਾਂ ਦੇ ਹਿਰਦੇ ਵਿੱਚ ਹਉਮੈ ਦੀ ਬਿਮਾਰੀ ਦੀ ਸੂਖਮ ਤੋਂ ਸੂਖਮ ਅੰਸ਼ ਵੀ ਨਹੀਂ ਰਹਿੰਦੀ। ਅਗਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਕਲਯੁਗ ਦੇ ਭਗਤਾਂ ਦੀ ਵਿਥਿਆ ਵਰਣਨ ਕਰਦੇ ਹੋਏ ਗੁਰੂ ਘਰ ਦੇ ਗੁਰਮੁਖ ਭਗਤਾਂ ਦੀ ਵਿਲੱਖਣਤਾ ਦਾ ਨਿਰਣਾ ਇਸ ਤਰ੍ਹਾਂ ਕਰਦੇ ਹਨ। ਕਲਯੁਗ ਨਾਮਾ ਭਗਤ ਹੋਏ ਫੇਰ ਦੇਹੁਰਾ ਗਾਏ ਜਿਝਾਈ। ਭਗਤ ਕਬੀਰ ਵਖਾਣੀਐ ਬੰਦੀ ਖਾਨੇ 'ਤੇ ਉੱਠ ਜਾਈ। ਧੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ। ਜਨ ਰਵਿਦਾਸ ਚਮਾਰ ਹੋਏ ਚਾਹੋ ਵਰਨਾ ਵਿੱਚ ਕਰ ਵਡਿਆਈ। ਬੇਣੀ ਹੋਆ ਅਧਿਆਤਮੀ ਸੈਣ ਨੀਚ ਕੁਲ ਅੰਦਰ ਨਾਈ। ਪੈਰੀ ਪੈ ਪਾ ਖਾਕ ਹੋਏ ਗੁਰਸਿੱਖਾਂ ਵਿੱਚ ਵੱਡੀ ਸਮਾਈ। ਅਲਖ ਲਖਾਏ ਨਾ ਅਲਖ ਲਖਾਈ। ਭਾਈ ਗੁਰਦਾਸ ਜੀ ਵਾਰ 12ਵੀਂ ਪੌੜੀ 15ਵੀਂ। ਸਤਨਾਮ ਦੇ ਅਭਿਆਸ ਪ੍ਰਤਾਪ ਕਰਕੇ ਗੁਰਸਿੱਖ ਅਭਿਆਸੀ ਜਨ ਉਪਰੋਕਤ ਭਗਤਾਂ ਤੋਂ ਉਚੇਰੇ ਪਹੁੰਚਦੇ ਹਨ। ਸਤਨਾਮ ਦੇ ਅਭਿਆਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖਾਂ ਦੀ ਉੱਥੇ ਰਸਾਈ ਹੈ ਜਿੱਥੇ ਕੀਰਤਮ ਨਾਮ ਦੇ ਅਭਿਆਸੀ ਭਗਤਾਂ ਦੀ ਨਹੀਂ ਹੋਈ। ਮਿਸਾਲ ਵਜੋਂ ਇਤਨੀ ਗੱਲ ਕਹਿਣੀ ਕਾਫੀ ਹੈ ਕਿ ਧਰੂ ਮੰਡਲ ਸੱਚਖੰਡ ਗੁਰਪੁਰੀ ਤੋਂ ਬਹੁਤ ਉਰੇਡੇ ਹੈ। ਇਸੇ ਤਰ੍ਹਾਂ ਹੋਰ ਭਗਤਾਂ ਸੰਬੰਧੀ ਸਮਝ ਲਵੋ। ਪਰ ਉਧਾਰ ਹੋਇਆ ਉਹਨਾਂ ਭਗਤਾਂ ਦਾ ਵੀ ਗਿਣਿਆ ਜਾਂਦਾ ਹੈ। ਉਧਾਰ ਵਿੱਚ ਵੀ ਫਰਕ ਹੈ। 84 ਤੋਂ ਛੁੱਟਣਾ ਵੀ ਇੱਕ ਪ੍ਰਕਾਰ ਦਾ ਉਧਾਰ ਨਿਸਤਾਰਾ ਹੀ ਗਿਣਿਆ ਜਾਂਦਾ ਹੈ। ਨਰਕਾਂ ਤੋਂ ਬਚ ਕੇ ਸੁਰਗ ਲੋਕ ਵਿੱਚ ਵਾਸਾ ਹੋਣਾ ਵੀ ਸੁਰਗ ਦੀ ਇੱਛਾ ਰੱਖਣ ਵਾਲਿਆਂ ਲਈ ਇੱਕ ਉਧਾਰ ਹੈ। ਸੁਰਗ ਤੋਂ ਉਪਰੰਤ ਮੁਕਤ ਮੰਡਲ ਵਾਲਿਆਂ ਦਾ ਵੀ ਉਧਾਰ ਹੋਇਆ ਹੀ ਮੰਨਿਆ ਜਾਂਦਾ ਹੈ। ਕਰਮਖੰਡ ਦੇ ਨਦਰ ਮੰਡਲ ਵਿੱਚ ਪ੍ਰਵੇਸ਼ ਹੋਈਆਂ ਭਗਤਾਂ ਦੀਆਂ ਰੂਹਾਂ ਦਾ ਵੀ ਉਧਾਰ ਨਿਸਤਾਰਾ ਹੀ ਗਿਣਿਆ ਜਾਂਦਾ ਹੈ। ਪਰ ਸਭ ਤੋਂ ਉੱਤਮ ਤੇ ਉਚੇਰਾ ਉਧਾਰ ਨਿਸਤਾਰਾ ਹੋਇਆ ਤਿੰਨਾਂ ਗੁਰਮੁਖਾਂ ਦਾ ਹੀ ਪ੍ਰਮਾਣਿਕ ਹੈ ਜੋ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ ਦੀ ਨਿਸ਼ਕਾਮ ਭਗਤੀ ਦੁਆਰਾ ਅਮਰ ਅਟਾਰੇ ਪੁੱਗ ਖਲੋਤੇ।
ਤੇ ਉਹ ਪੁੱਗ ਖਲੋਤੇ ਜਿਨ੍ਹਾਂ ਨੇ ਆਦ ਅੰਤ ਚਰਨ ਕਮਲ ਕੀ ਮੌਜ ਮਹਿ ਹੀ ਤੋੜ ਨਿਭਾਈ ਅਤੇ ਕਾਂਪ ਨਹੀਂ ਖਾਧੀ। ਜਿਨ੍ਹਾਂ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਵਾਲੀ ਵਿਵਸਥਾ ਵਿੱਚ ਰੱਤਿਆਂ ਹੋਇਆਂ ਹੇਠ ਲਿਖੇ ਗੁਰਵਾਕ ਦੀ ਕਸੌਟੀ ਅਨੁਸਾਰ ਆਪਣਾ ਭਗਤੀ ਭਾਵ ਵਾਲਾ ਜੀਵਨ ਤੋੜ ਨਿਭਾਇਆ। ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ। ਨਾਮ ਰਤਨ ਗੁਣਾ ਹਰ ਬਣਜੇ ਲਾਦ ਵੱਖਰ ਲੈ ਚਾਲਿਓ। ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ। ਆਗਿਆ ਮਹਿ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ। ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਮਾਰੂ ਮਹੱਲਾ ਪੰਜਵਾਂ। ਉੱਪਰ ਦਿੱਤੇ ਗੁਰਵਾਕਾਂ ਅੰਦਰ ਦਰਸਾਇਆ ਉੱਚ ਅਵਸਥਾ ਵਾਲਾ ਉਦਾਹਰ ਨਿਸਤਾਰਾ ਕੇਵਲ ਗੁਰਮਤਿ ਦ੍ਰਿੜਾਏ ਸਤਨਾਮ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ ਅਤੇ ਇਹ ਸਤਨਾਮ ਕੇਵਲ ਗੁਰੂ ਘਰ ਵਿਖੇ ਹੀ ਪ੍ਰਾਪਤ ਹੋ ਸਕਦਾ ਹੈ। ਗੁਰੂ ਘਰ ਤੋਂ ਬਿਨਾਂ ਇਹ ਸਤਨਾਮ ਰੂਪੀ ਪਰਮ ਪਦਾਰਥ ਹੋਰ ਥੇ ਕਿਤੇ ਨਹੀਂ। ਇਸ ਸਤਨਾਮ ਪਦਾਰਥ ਤੋਂ ਬਿਨਾਂ ਬਥੇਰੇ ਰਿਖੀ ਮੁਨੀ ਅਵਤਾਰ ਪਚ ਪਚ ਮਰ ਥੱਕੇ। ਇਸ ਗੱਲ ਦੀ ਪੁਸ਼ਟੀ ਸ੍ਰੀ ਦਸ਼ਮੇਸ਼ ਜੀ ਦੇ ਹੇਠ ਲਿਖੇ ਗੁਰਵਾਕਾਂ ਤੋਂ ਹੁੰਦੀ ਹੈ। ਜਿਹ ਕੋਟ ਇੰਦਰ ਨਿਰਪਾਰ ਕਈ ਬ੍ਰਹਮ ਵਿਸ਼ਨ ਵਿਚਾਰ ਕਈ ਰਾਮ ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ। ਅਕਾਲ ਉਸਤਤ। ਜਛ ਭੁਜੰਗ ਸੋ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਧਿਆਵੈ। ਭੂਮ ਆਕਾਸ ਪਤਾਲ ਰਸਾਤਲ ਜਛ ਭੁਜੰਗ ਸਭੈ ਸਿਰ ਨਿਆਵੈ। ਪਾਏ ਸਕੈ ਨਹੀਂ ਪਾਰ ਪ੍ਰਭਾਹੂ ਕੋ ਨੇਤ ਹੀ ਨਿਤਹਿ ਬੇਦ ਬਤਾਵੈ। ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨਾ ਆਵੈ। ਨਾਰਦ ਸੇ ਚਤੁਰਾਨਨ ਸੇ ਰੋਮਨਾਰਿਕ ਸੇ ਸਭ ਹੂੰ ਮਿਲ ਗਾਇਓ। ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ। ਪਾਏ ਸਕੈ ਨਹੀਂ ਪਾਰ ਉਮਾਪਤ ਸਿੱਧ ਸਨਾਥ ਸਨੰਤਨ ਧਿਆਇਓ। ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਭੈ ਜਗ ਛਾਇਓ। ਅਕਾਲ ਉਸਤਤ। ਪੁਨः केते इंद्र द्वार केते ब्रह्मा मुख चार केते कृष्णा अवतार केते राम कहियत हैं। केते सस राशि केते सूरज प्रकाशी केते मुंडिया उदासी जोग द्वार कहियत हैं। केते महादीन केते व्यास से प्रवीण केते कुमेर कुलीन केते जछ कहियत हैं। करते हैं विचार पैना पूरन को पावै पार ताहि ते अपार निराधार लहियत हैं। अकाल उस्तत। किते कृष्ण से कीट को टह बनाए किते राम से मेट डारे उपाए। महादीन केते पृथ्वी माझ हुए समय अपनी अपनी अंत मुए। जिते औलिया अंबिया होए बीते तित्यो काल जीता ना ते काल जीते। जिते राम से कृष्ण होए बिशन आए तित्यो काल खाप्यो ना ते काल घाए। जिते इंद्र से चंद्र से होत आए तित्यो काल खापा ना ते काल घाए। जिते औलिया अंबिया गौस हुआ हैं सब काल के अंत दाड़ा तलै हैं। जिते मान धा ताध राजा सुहाए सब बांध कै काल जेलै चलाए। जिन्हें नाम ताके उचारे उबारे बिना साम ताकी लखे कोट मारे। बचित्र नाटक अध्याय पहला। सो ऐसा सच्चा नाम सत शब्द सत नाम ਦਾ ਸੱਚਾ ਸਿੱਕਾ ਸੱਚੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ ਟਕਸਾਲ ਤੋਂ ਹੀ ਚੱਲਿਆ। ਇਸੇ ਟਕਸਾਲ ਤੋਂ ਹੀ ਪ੍ਰਗਟ ਹੋਇਆ ਅਤੇ ਇੱਥੇ ਹੀ ਪ੍ਰਾਪਤ ਹੈ ਅਤੇ ਹਰ ਵਕਤ ਪ੍ਰਾਪਤ ਹੈ। ਸ੍ਰੀ ਗੁਰੂ ਗੁਰਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਪੰਜਾਂ ਪਿਆਰਿਆਂ ਦੁਆਰਾ ਸ੍ਰੀ ਗੁਰਦੇਵ ਜੀ ਦੀ ਸੱਚੀ ਹਜ਼ੂਰੀ ਅਤੇ ਮਨਜ਼ੂਰੀ ਰੂਪੀ ਸੱਚੀ ਰਜ਼ਾ ਅੰਦਰ ਪ੍ਰਾਪਤ ਹੈ। ਆਓ ਐਸੇ ਗੁਰਦੇਵ ਸੱਚੇ ਗੁਰਦੇਵ ਕਹੋ ਸ੍ਰੀ ਭਾਈ ਗੁਰਦਾਸ ਜੀ ਦੀ ਰਸਨਾਵਲੀ ਅੰਦਰ ਰਚ ਕੇ ਮੰਗਲਮਈ ਜੋਹਾਰ ਨਮਸਕਾਰ ਕਰ ਲਈਏ।
ਨਮਸਕਾਰ ਗੁਰਦੇਵ ਕਉ, ਸਤਨਾਮ ਜਿਸ ਮੰਤਰ ਸੁਣਾਇਆ। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਜਨਮ ਮਰਨ ਭਉ ਕੱਟਿਆ, ਸੰਸਾਰ ਰੋਗ ਵਿਜੋਗ ਮਿਟਾਇਆ। ਸੰਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਜਮ ਦੰਡ ਸਿਰੋਂ ਨਾ ਉਤਰੈ, ਸਾਕਤ ਦੁਰਜਨ ਜਨਮ ਗਵਾਇਆ। ਚਰਨ ਗਹੇ ਗੁਰਦੇਵ ਕੇ, ਸਤ ਸ਼ਬਦ ਦੇ ਮੁਕਤ ਕਰਾਇਆ। ਭਾਉ ਭਗਤ ਗੁਰਪੁਰਬ ਕਰ, ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਜੇਹਾ ਬੀਓ ਤੇਹਾ ਫਲ ਪਾਇਆ, ਜੇਹਾ ਬੀਓ ਤੇਹਾ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।